ਕਿਸਾਨੀ ਬਿੱਲਾਂ ਨੂੰ ਲੈ ਕੇ ਕਿਸਾਨ ਕੜਾਕੇ ਦੀ ਠੰਡ ਦੇ ਵਿੱਚ ਲਗਾਤਾਰ ਸੰਘਰਸ਼ ਦੀ ਰਾਹ ਤੇ ਹੈ। ਸਰਕਾਰ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਬਿੱਲ ਕਿਸਾਨਾਂ ਦੇ ਹੱਕ ਵਿੱਚ ਨੇ, ਪਰ ਕੀ ਕਾਰਨ ਨੇ ਕਿ ਕਿਸਾਨ ਸਰਕਾਰ ਦੇ ਉੱਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ? ਉਹ ਕਿਹੜੇ ਡਰ ਨੇ ਜਿਸ ਦੇ ਚੱਲਦੇ ਕਿਸਾਨ ਸੰਘਰਸ਼ ਦੀ ਰਾਹ ਤੇ ਚੱਲਣ ਲਈ ਮਜਬੂਰ ਹੈ? ਨਿਊਜ਼ 9 ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੰਜੀਵ ਸ਼ਰਮਾ। ਕੜਾਕੇ ਦੀ ਠੰਡ ਦੇ ਵਿੱਚ 1 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਕਿਸਾਨਾਂ ਨੂੰ ਦਿੱਲੀ ਦੇ ਰਸਤੇ ਮਲ ਕੇ ਬੈਠਿਆ ਹੋਇਆ। ਸਰਕਾਰ ਆਪਣੇ ਰਵੱਈਏ ਤੇ ਅੜੀ ਖੜੀ ਹੈ ਤੇ ਜ਼ਿਮੀਂਦਾਰ ਕਿਸਾਨ ਜਿਹੜੇ ਆ ਆਪਣੇ ਰੁਖ ਕਲੀਅਰ ਕਰਕੇ ਬੈਠੇ ਆ ਕਿ ਅਸੀਂ ਜਿਹੜੇ ਆ ਤੇ ਕੀ ਉਹ ਡਰ ਹੈ ਕਿਸਾਨਾਂ ਦੇ ਮਨ ਦੇ ਵਿੱਚ ਜਿਹੜੇ ਕਿ ਸਰਕਾਰ ਕਲੀਅਰ ਨਹੀਂ ਕਰ ਪਾ ਰਹੀ ਤੇ ਕਿਸਾਨਾਂ ਨੂੰ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਦਿੱਲੀ ਜਾ ਕੇ ਬੈਠਣਾ ਪਿਆ ਹੈ। ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਦੇ ਅਹੁਦੇਦਾਰ, ਜ਼ਿਲ੍ਹਾ ਕਪੂਰਥਲਾ ਦੇ ਅਹੁਦੇਦਾਰ ਸਰਦਾਰ ਬਲਬੀਰ ਸਿੰਘ ਨਾਲ ਕਿ ਆਖਿਰ ਕਿਸਾਨਾਂ ਦੇ ਮਨ ਵਿੱਚ ਕੀ ਉਹ ਡਰ ਹੈ ਜਿਹੜੇ ਕਿ ਸਰਕਾਰ ਦੀ ਗੱਲ ਨਹੀਂ ਸਮਝ ਪਾ ਰਹੇ ਜਾਂ ਸਰਕਾਰ ਨੂੰ ਆਪਣੀ ਗੱਲ ਨਹੀਂ ਦੱਸ ਪਾ ਰਹੇ। ਸਵਾਗਤ ਹੈ ਜੀ ਬਲਬੀਰ ਸਿੰਘ ਜੀ ਤੁਹਾਡਾ ਨਿਊਜ਼ 9 ਪੰਜਾਬ ਦੇ। ਮੈਂ ਦਲਬੀਰ ਸਿੰਘ ਨਾਨਕਪੁਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਪੂਰਥਲਾ ਦੇ ਸੀਨੀਅਰ ਮੀਤ ਪ੍ਰਧਾਨ ਬੋਲ ਰਿਹਾ ਹਾਂ। ਜਿਹੜਾ ਗੱਲ ਸਮਝਣ ਦੀ ਹੈਗੀ ਆ ਵੀ ਅਸੀਂ ਨਹੀਂ ਸਮਝ ਰਹੇ ਹੈਗੇ ਕਰਕੇ ਨਹੀਂ ਅਸੀਂ ਰਹੇ ਹੈਗੇ ਵੀ ਜੋ ਇਹ ਸਾਡੇ ਨਾਲ ਪੈਰ ਤੇ ਧੋਖਾ ਹੁੰਦਾ। ਹੁਣ ਵੀ ਜਿਸ ਟਾਈਮ ਇਹਨਾਂ ਕਾਨੂੰਨ ਬਣਾਏ ਆ ਲੋਕਡਾਊਨ ਦਾ ਆਸਰਾ ਲੈ ਕੇ ਕੋਈ ਇਹਨਾਂ ਦਾ ਮਤਲਬ ਜਿੱਦਾਂ ਅਸੈਂਬਲੀ ਦੇ ਵਿੱਚ ਕੋਈ ਬਹਿਸ ਨਹੀਂ ਹੋਈ, ਕੁਛ ਨਹੀਂ ਹੋਇਆ ਹੈਗਾ। ਇਹ ਸਰਕਾਰ ਨੇ ਆਪਣੀ ਮਨਮਰਜ਼ੀ ਨਾਲ ਥੋਪੇ ਗਏ, ਬਣਾਏ ਨਹੀਂ ਗਏ, ਥੋਪੇ ਗਏ ਹੈਗੇ ਆ ਵੀ ਇਹ ਬਣਾ ਕੇ ਦਵਦਾ ਉੱਤੇ ਲਾ ਦਿਓ। ਇਹ ਤਿੰਨੇ ਕਾਨੂੰਨ ਜਿਹੜੇ ਹੈਗੇ ਬੜੇ ਘਾਤਕ ਨੇ। ਇਹ ਮਤਲਬ ਵੀ ਸਾਡਾ ਖੇਤੀਬਾੜੀ ਵਾਸਤੇ ਜਿਹੜੇ ਆ ਮਾਰੂ ਸਾਬਤ ਹੋਣਗੇ। ਮਤਲਬ ਇਹ ਜਿਹੜੇ ਹੈਗੇ ਆ ਇਹ ਵਿਦੇਸ਼ਾਂ 'ਚ ਵੀ ਬਣ ਚੁੱਕੇ ਆ। ਇੱਥੋਂ ਤੱਕ ਹਿੰਦੁਸਤਾਨ ਦੀ ਸਰਕਾਰ ਨੇ ਵੀ ਅੱਗੇ ਬਣਾ ਕੇ ਮਤਲਬ ਦੇਖ ਲਏ, ਬਾਕੀ ਸੂਬਿਆਂ 'ਚ ਲਾਗੂ ਕਰਕੇ ਕਿਤੇ ਵੀ ਇਹ ਕਾਮਯਾਬ ਨਹੀਂ ਹੋਏ। ਇਹ ਸਿਰਫ ਪੰਜਾਬ ਤੇ ਹਰਿਆਣੇ ਨੂੰ ਤਬਾਹ ਕਰਨ ਵਾਸਤੇ ਇਹ ਜਿਹੜੇ ਕਾਨੂੰਨ ਆ ਤਿੰਨੇ ਬਣਾਏ ਗਏ ਹੈਗੇ ਆ। ਔਰ ਵਿਸ਼ਵਾਸ ਇਸ ਕਰਕੇ ਨਹੀਂ ਕਰਨ ਰਹੇ ਵੀ ਇਹਨਾਂ ਜੇ ਜਲਦੀ ਨਾ ਬਣਾਏ ਹੈਗੇ ਆ, ਜੇ ਕਾਹਲੀ ਨਾ ਬਣਾਏ ਹੈਗੇ ਆ, ਸਾਰਿਆਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ, ਵਿਸ਼ਵਾਸ 'ਚ ਨਹੀਂ ਲਿਆ ਗਿਆ। ਮਤਲਬ ਇਹ ਤੋਂ ਜਾਪਦੀ ਵੀ ਇਹਨਾਂ ਦੀ ਬੀਜੇਪੀ ਦੀ ਸਰਕਾਰ ਦੀ ਆਪਣੀ ਮਰਜ਼ੀ ਆ ਤੇ ਆਪਣੀ ਮਰਜ਼ੀ ਨਾਲ ਹੀ ਇਹ ਬਣਾ ਕੇ ਥੋਪੇ ਜਾਣ ਲੱਗੇ। ਇਸ ਕਰਕੇ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਦੇ ਤੇ ਨਾ ਹੀ ਸਾਨੂੰ ਇਹ ਵਿਸ਼ਵਾਸ ਹੈਗਾ। ਅਸੀਂ ਤੇ ਇਹਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰਦੇ ਹਾਂ ਤੇ ਰੱਦ ਕਰਵਾ ਕੇ ਹੀ ਹਟਾਂਗੇ। ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸੰਘਰਸ਼ ਸਰਮਾਏਦਾਰ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਦਾ ਆ, ਛੋਟੇ ਜ਼ਿਮੀਂਦਾਰ ਨੂੰ ਇਸ ਚੀਜ਼ ਦਾ ਫਾਇਦਾ ਆ। ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਨਹੀਂ, ਇਹ ਸਰਕਾਰ ਦੀ ਜਿਹੜੀ ਹੈਗੀ ਆ ਗਲਤਫਹਿਮੀ ਹੈਗੀ ਆ। ਜਿਹੜਾ ਛੋਟਾ ਕਿਸਾਨ ਆ ਉਹਦਾ ਬਹੁਤਾ ਨੁਕਸਾਨ ਹੋਵੇਗਾ। ਮੈਂ 5 ਕਿੱਲੇ ਤੋਂ ਥੱਲੇ 5 ਏਕੜ ਤੋਂ ਥੱਲੇ ਦਾ ਮਾਲਕ ਬੋਲ ਰਿਹਾ ਹੈਗਾ। ਮੇਰੇ ਕੋਲ ਇਸ ਟਾਈਮ ਡੰਗਰ ਵੀ ਨਹੀਂ ਹੈਗੇ। ਮੇਰੇ ਕੋਲ 10 ਡੰਗਰ ਹੈਗੇ ਆ ਜਿਨ੍ਹਾਂ ਦਾ ਮੈਂ ਦੁੱਧ ਪਾ ਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਹੈਗਾ, ਘਰ ਵਰਤੋਂ ਕਰਦਾ, ਆਪਣੇ ਬੱਚਿਆਂ ਦੇ ਖਾਣ ਪੀਣ ਵਾਸਤੇ ਰੱਖਦਾ ਹੈਗਾ ਔਰ ਜਿਹੜਾ ਫਾਲਤੂ ਹੁੰਦਾ ਉਹਦਾ ਪਾ ਕੇ ਕੁਛ ਰੁਪਈਏ ਵੀ ਕਮਾਉਣਾ ਹੈਗਾ। ਮੈਂ ਸਬਜ਼ੀ ਦਾ ਕੰਮ ਕਰਦਾ ਹੈਗਾ। ਮੇਰੇ ਕੋਲ ਮਤਲਬ ਆਹ ਵੇਲੇ 2-2.5 ਏਕੜ ਜਿਹੜੀ ਉਹ ਗੋਭੀ ਵੀ ਲੱਗੀ ਹੈਗੀ ਆ। ਮੈਂ ਗਾਂ ਮਤਲਬ ਕਿ ਆਪਣੀ ਨਵੀਆਂ ਜਿਹੜੀਆਂ ਹੈਗੀਆਂ ਪਨੀਰੀਆਂ ਉਹ ਲਿਫਾਫੇ ਸਿਸਟਮ ਦੇ ਵਿੱਚ ਵੀ ਤਿਆਰ ਕਰਨ ਦੇ ਹੈਗੇ ਆ। ਅਸੀਂ ਘਰ ਜਿਹੜੇ ਛੋਟੇ ਜ਼ਿਮੀਂਦਾਰ ਹੈਗੇ ਆ ਇਹਨਾਂ ਨੇ 5-5 7-7 ਬੂਟੇ ਵੀ ਲਾਏ ਹੋਏ ਆ ਫਲਾਂ ਦੇ। ਜਿਹੜਾ ਰੁੱਤ ਦੇ ਹਿਸਾਬ ਦੇ ਨਾਲ ਸਾਨੂੰ ਕੋਈ ਮਾੜਾ ਚੰਗਾ ਅਸੀਂ ਆਪਣਾ ਮੂੰਹ ਦਾ ਸਵਾਦ ਜਾਂ ਆਪਣੀ ਸਿਹਤ ਦੀ ਰੱਖਿਆ ਵਾਸਤੇ ਅਸੀਂ ਉਹਦਾ ਫਾਇਦਾ ਲੈ ਸਕਦੇ ਹੈਗੇ ਆ। ਪਰ ਜੇ ਸਭ ਤੋਂ ਵੱਡਾ ਨੁਕਸਾਨ ਜੇ ਹੋਵੇਗਾ ਤਾਂ ਛੋਟੇ ਹੀ ਜ਼ਿਮੀਂਦਾਰ ਦਾ ਹੋਵੇਗਾ। ਜੇ ਇਹਨਾਂ ਨੇ ਪੈਲੀ ਸਾਡੇ ਕੋਲ ਠੇਕੇ ਦੇ ਲੈ ਲਈ, ਖੋਹ ਲਈ ਤੇ ਅਸੀਂ ਦੁੱਧ ਕਿੱਥੋਂ ਪੀਵਾਂਗੇ? ਮਾਲ ਡੰਗਰ ਕਿੱਥੇ ਰੱਖਾਂਗੇ? ਅਸੀਂ ਸਬਜ਼ੀ ਜਿਹੜੀ ਹੁਣ ਆਪਣੇ ਵਾਸਤੇ ਘਰ ਵਾਸਤੇ ਬੀਜਦੇ ਅਸੀਂ ਕਿੱਥੇ ਬੀਜਾਂਗੇ? ਮਤਲਬ ਇਹ ਜਿੰਨਾ ਨੁਕਸਾਨ ਹੈਗਾ ਜ਼ਿਆਦਾ ਛੋਟੇ ਜ਼ਿਮੀਂਦਾਰ ਦਾ ਹੈਗਾ। ਸਾਡੇ ਕੋਲ ਹੁਣ 3-4 ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਉਹ ਮਹਿਸੂਸ ਨਹੀਂ ਹੁੰਦੀਆਂ। ਘਰ ਦਾ ਦੁੱਧ ਸਾਨੂੰ ਅਸੀਂ ਜਿੰਨਾ ਮਰਜ਼ੀ ਵਰਤ ਲਈਏ ਸਾਨੂੰ ਮਹਿਸੂਸ ਨਹੀਂ ਹੁੰਦਾ ਹੈਗਾ। ਘਰ ਦੀ ਸਬਜ਼ੀ ਹੈਗੀ ਉਹ ਮਹਿਸੂਸ ਨਹੀਂ ਹੁੰਦੀ। ਘਰ ਦੇ ਦਾਣੇ ਹੋ ਗਏ, ਘਰ ਦਾ ਜਿੰਨੇ ਅਸੀਂ 5-7 ਬੂਟੇ ਜਿਹੜੇ ਫਲਾਂ ਦੇ ਲਾਏ ਹੈਗੇ ਉਹ ਖਾ ਲੈਂਦੇ ਹੈਗੇ ਆ। ਅਸੀਂ ਤੇ ਸਭ ਕੁਝ ਬਾਜ਼ਾਰ ਤੋਂ ਜਦੋਂ ਲਿਆਣ ਕੇ ਖਾਵਾਂਗੇ ਤੇ ਇਹਨਾਂ ਪੈਸਿਆਂ ਨਾਲ ਜਿਹੜੇ ਇਹਨਾਂ ਸਾਨੂੰ ਠੇਕੇ ਦੇ ਪੈਸੇ ਦੇਣੇ ਆ, ਸਾਡਾ ਉਹਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਸਾਨੂੰ ਭੁੱਖੇ ਮਰਨ ਵਾਲੀ ਗੱਲ ਬਣੇਗੀ। ਸਰਕਾਰ ਬਾਰ-ਬਾਰ ਬੁਲਾ ਰਹੀ ਹੈ ਤੁਹਾਨੂੰ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੁਹਾਡੀਆਂ ਸ਼ਰਤਾਂ ਮੰਨਾਂਗੇ, ਲੇਕਿਨ ਕਿਸਾਨ ਯੂਨੀਅਨ ਦੇ ਉੱਤੇ ਸਰਕਾਰ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਹ ਜਿਹੜਾ ਅੰਦੋਲਨ ਹੈ ਖੱਬੇ ਪੱਖੀਆਂ ਵੱਲੋਂ, ਲੈਫਟ ਵੱਲੋਂ ਹਾਈਜੈਕ ਕਰ ਲਿਆ ਹੈ, ਕੁਝ ਗਰਮ ਖਿਆਲੀਆਂ ਨੇ ਹਾਈਜੈਕ ਕਰ ਲਿਆ। ਕਿਸ ਤਰ੍ਹਾਂ ਦੇਖਦੇ ਹੋ, ਕੀ ਸੱਚਾਈ ਹੈ ਇਹਦੇ ਵਿੱਚ?
ਨਹੀਂ, ਇਹ ਅੰਦੋਲਨ ਨੂੰ ਤਾਰੋ ਪੀੜ ਕਰਨ ਵਾਸਤੇ ਜੋ ਵੀ ਹੈਗਾ ਇਹ ਜਾਣ ਬੁੱਝ ਕੇ ਸਾਡੇ ਤੇ ਅਜਲੇਮ ਲਾਇਆ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਨਰੋਲ ਕਿਸਾਨੀ ਆ, ਨਰੋਲ ਕਿਸਾਨੀ ਉੱਥੇ ਬੈਠੀ ਹੈ, ਤੁਸੀਂ ਟਰੈਕਟਰ ਟਰਾਲੀਆਂ ਜਿੰਨੇ ਉੱਥੇ ਬਿਰਧ ਜਾ ਕੇ ਬਜ਼ੁਰਗ ਆਦਮੀ ਉੱਥੇ ਬੈਠੇ ਹੈਗੇ ਆ, ਤੇ ਬੀਬੀਆਂ ਬੈਠੀਆਂ ਹੈਗੀਆਂ। ਇਹ ਕੋਈ ਨਕਸਲਵਾਦੀ ਨਹੀਂ, ਕੋਈ ਅੱਤਵਾਦੀ ਨਹੀਂ, ਕੋਈ ਇਹ ਮਤਲਬ ਕਿ ਹੋਰ ਕਿਸੇ ਦਾ ਕੋਈ ਵੀ ਮੂਵਮੈਂਟ ਨਹੀਂ ਹੈਗੀ ਇਹਦੇ ਵਿੱਚ। ਸਿਰਫ ਹੈ ਤੇ ਕਿਸਾਨ ਤੇ ਕਿਸਾਨ ਹੀ ਹੈਗੇ ਨੇ ਉੱਥੇ। ਕਿੰਨਾ ਬਜ਼ੁਰਗ ਬੈਠਾ ਹੈਗਾ, ਨੌਜਵਾਨ ਵੀ ਹੁਣ ਮਗਰ ਉਹ ਆਪਣੇ ਭਵਿੱਖ ਵਾਸਤੇ ਨੌਜਵਾਨ ਵੀ ਸਾਡੇ ਮਗਰ ਪਹੁੰਚਿਆ ਵਾ। ਮਤਲਬ ਜਿੰਨਾ ਹੈਗਾ ਕਿਸਾਨ ਜਿਹੜਾ ਹੈਗਾ ਸਰਕਾਰ ਹੈਗੀ ਹੈ ਜਾਣ ਬੁੱਝ ਤੇ ਸਾਡੇ ਇਲਜ਼ਾਮਬਾਜ਼ੀ ਲਾ ਰਹੀ ਹੈਗੀ ਆ, ਸਾਡੇ ਸੰਘਰਸ਼ ਨੂੰ ਤਾਰੋ ਪੀੜ ਕਰਨ ਵਾਸਤੇ, ਦੁਨੀਆ ਦਾ ਧਿਆਨ ਦੂਜੇ ਪਾਸੇ ਨੂੰ ਕਰਨ ਵਾਸਤੇ ਜੋ ਕੁਝ ਵੀ ਇਹ ਚਾਲਾਂ ਚੱਲ ਰਹੀ ਹੈ, ਸਰਕਾਰ ਚੱਲ ਰਹੀ ਹੈ। ਅਸੀਂ ਉੱਥੇ ਨਰੋਲ ਕਿਸਾਨ ਬੈਠੇ ਹੈਗੇ ਆ, ਔਰ ਕਿਸਾਨੀ ਦਾ ਹੀ ਸਾਡਾ ਮੁੱਦਾ ਵਾ, ਨਾ ਸਾਡਾ ਕੋਈ ਮੁੱਦਾ ਹੀ ਹੋਰ ਆ। ਕਿਸਾਨੀ ਦਾ ਹੀ ਮੁੱਦਾ, ਕਿਸਾਨ ਹੀ ਅਸੀਂ ਬੈਠੇ ਹੈਗੇ ਆ। ਇਹ ਸਾਨੂੰ ਜਾਣ ਕੇ ਮਤਲਬ ਬਦਨਾਮ ਕਰਨ ਲਈ ਆ ਸਰਕਾਰ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਜੇ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਵਾਲਿਆਂ ਨੇ ਕਿਹਾ ਕਿ ਕੱਲ ਵੀ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਗਿਆ, ਜਿਹੜਾ ਪ੍ਰੋਟੈਸਟ ਕੀਤਾ ਗਿਆ, ਉਹਦੇ ਵਿੱਚ ਵੀ ਰਾਜਨੀਤਿਕ ਆਗੂਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਔਰ ਕਈ ਜਗ੍ਹਾ ਤੇ ਭੰਨਤੋੜ ਵੀ ਕੀਤੀ ਗਈ ਹੈ। ਕਪੂਰਥਲੇ ਦੇ ਵਿੱਚ ਵੀ ਕਿਸਾਨ ਅੰਦੋਲਨ ਦੇ ਵਿੱਚ ਰਾਜਨੀਤਿਕ ਆਗੂ ਨਜ਼ਰ ਆਏ। ਕੀ ਕਹਿਣਾ ਚਾਹੋਗੇ ਇਸ ਬਾਰੇ? ਰਾਜਨੀਤਿਕ ਜਿਹੜਾ ਤੁਸੀਂ ਕਹਿੰਦੇ ਅੱਗੇ ਆਇਆ ਹੈਗਾ, ਉਹ ਕਿਸਾਨ ਬਣ ਕੇ ਆਇਆ ਹੋਵੇਗਾ, ਨਾ ਕਿ ਉਹਦਾ ਆਪਣੀ ਕੋਈ ਪਾਰਟੀ ਦਾ ਝੰਡਾ ਹੋਵੇਗਾ, ਨਾ ਪਾਰਟੀ ਦੀ ਵਿਚਾਰ ਹੋਵੇਗੀ, ਨਾ ਉਹ ਪਾਰਟੀ ਵੱਲੋਂ ਆਇਆ ਹੋਵੇਗਾ। ਅਗਰ ਜੇ ਕੋਈ ਕਿਸਾਨੀ ਕਰਦਾ, ਉਹ ਕਿਸਾਨ ਦਾ ਦਰਦ ਲੈ ਕੇ ਆਣ ਬੈਠਾ ਹੈਗਾ, ਤੇ ਉਸ ਨੂੰ ਅਸੀਂ ਕਿਸਾਨੀ ਮੁੱਦੇ 'ਚੋਂ ਬਾਹਰ ਨਹੀਂ ਕਰ ਸਕਦੇ, ਕਿਉਂ ਇਹ ਕਿਸਾਨਾਂ ਦਾ ਹੀ ਮੁੱਦਾ ਹੈਗਾ। ਅਗਰ ਜੇ ਕਿਸੇ ਨੇ ਆਣ ਕੇ ਕੋਈ ਪਾਰਟੀਬਾਜ਼ੀ ਦੀ ਗੱਲ ਕੀਤੀ ਹੋਵੇ ਤਾਂ ਉਹਦਾ ਕਿਸਾਨ ਜ਼ਿੰਮੇਵਾਰ ਆ। ਕੋਈ ਵੀ ਕਪੂਰਥਲੇ ਦੇ ਵਿੱਚ ਜੋ ਕੱਲ ਮੇਰੀ ਅਗਵਾਈ ਦੇ ਵਿੱਚ ਹੋਇਆ ਸੀ, ਕਿਸੇ ਨੇ ਵੀ ਕਿਸਾਨੀ ਦੇ ਮੁੱਦੇ ਤੋਂ ਬਾਹਰ ਪਾਰਟੀ ਲੈਵਲ ਤੇ ਜਾਂ ਹੋਰ ਕਿਸੇ ਕੋਈ ਗੱਲ, ਨਾ ਹੀ ਕੋਈ ਫਾਲਤੂ ਉੱਥੇ ਗੱਲ ਹੋਈ ਆ, ਕੁਛ ਨਹੀਂ ਹੋਇਆ ਉੱਥੇ। ਜੋ ਵੀ ਹੋਇਆ ਕਿਸਾਨੀ ਮੁੱਦੇ ਤੇ ਹੋਇਆ, ਜੋ ਸਾਡਾ ਹੱਕ ਸੀ, ਅਸੀਂ ਹੱਕ ਬਦਲੇ ਲੜਦੇ ਹਾਂ, ਉਹ ਹੱਕ ਦੀ ਹੀ ਗੱਲ ਕੀਤੀ ਗਈ। ਔਰ ਪਾਰਟੀ ਦਾ ਨੁਮਾਇੰਦਾ ਜੇ ਕੋਈ ਆਣ ਕੇ ਕਿਸਾਨ ਆ ਤੇ ਕਿਸਾਨ ਮੁੱਦੇ ਤੇ ਆਣ ਕੇ ਬਹਿ ਜਾਂਦਾ, ਤੇ ਉਹਦਾ ਅਸੀਂ ਮਤਲਬ ਕਿ ਕਿਸ ਤਰ੍ਹਾਂ ਵਿਰੋਧ ਕਰ ਸਕਦੇ ਹਾਂ। ਮਤਲਬ ਕਿ ਕਿਸਾਨੀ ਮੁੱਦੇ ਤੋਂ ਕੋਈ ਕਿਸੇ ਹੋਰ ਪਾਰਟੀ ਦੇ ਵੱਲੋਂ ਕੋਈ ਗੱਲ ਨਹੀਂ ਕੀਤੀ ਗਈ ਕਿ ਕੋਈ ਪਾਰਟੀਬਾਜ਼ੀ ਦੀ ਗੱਲ ਹੋਵੇ, ਜਾਂ ਸਾਨੂੰ ਆਣ ਕੇ ਕਿਸੇ ਨੇ ਭੜਕਾਇਆ ਹੋਵੇ, ਜਾਂ ਸਾਨੂੰ ਕਿਸੇ ਪਾਸੇ ਕੋਈ ਹੋਰ ਕੋਈ ਮਤਲਬ ਗੱਲ ਨਹੀਂ। ਕਿਸਾਨੀ ਮੁੱਦੇ ਤੇ ਜੇ ਕੋਈ ਬੈਠਾ ਵੀ ਹੋਵੇਗਾ ਤਾਂ ਕਿਸਾਨੀ ਮੁੱਦੇ ਤੇ ਹੀ ਆਣ ਕੇ ਬੈਠਾ ਹੈਗਾ। ਕਿਸਾਨਾਂ ਤੋਂ ਬਾਅਦ ਹੁਣ ਜੇ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਤਾਂ ਕੀ ਕਹਿਣਾ ਚਾਹੋਗੇ ਰਾਜਨੀਤਿਕ ਆਗੂਆਂ ਨੂੰ ਕਿ ਤੁਸੀਂ ਉਹਨਾਂ ਨੂੰ ਆਪਣੇ ਸੰਘਰਸ਼ ਵਿੱਚ ਆਉਣ ਲਈ ਇਜਾਜ਼ਤ ਦਿਓਗੇ, ਜਾਂ ਹੁਣ ਕਿਸਾਨ ਇਕੱਲਾ ਹੀ ਆਪਣੇ ਹੱਕਾਂ ਵਾਸਤੇ ਲੜੇਗਾ? ਕੀ ਕਹਿਣਾ ਚਾਹੋਗੇ? ਦੇਖੋ, ਜੋ ਵੀ ਕਿਸਾਨ ਹੈਗਾ, ਚਾਹੇ ਉਹ ਰਾਜਨੀਤਿਕ ਆਗੂ ਆ, ਚਾਹੇ ਕੋਈ ਵੀ ਹੈਗਾ, ਜਿਹੜਾ ਕਿਸਾਨੀ ਦੇ ਮੁੱਦੇ ਦੇ ਲੜ ਸਕਦਾ ਹੈਗਾ, ਕਿਸਾਨੀ ਦਾ ਦਰਦ ਵੇਖ ਸਕਦਾ ਹੈਗਾ, ਉਹ ਬੰਦਾ ਆਣ ਕੇ ਆਪਣਾ ਦੁੱਖ ਜ਼ਾਹਰ ਕਰ ਸਕਦਾ ਹੈਗਾ। ਲੇਕਿਨ ਜੇ ਆਪਾਂ ਕਹੀਏ ਵੀ ਕੋਈ ਆਣ ਕੇ ਵਿੱਚ ਸਿਆਸੀ ਗੱਲ ਕਰੇ, ਸਿਆਸੀ ਗੱਲ ਅਸੀਂ ਕਿਸੇ ਸਟੇਜ ਤੋਂ ਨਹੀਂ ਹੋਣ ਦੇਵਾਂਗੇ, ਕਿਸੇ ਮੰਚ ਤੋਂ ਅਸੀਂ ਸਿਆਸੀ ਗੱਲ ਕੋਈ ਨਹੀਂ ਹੋਣ ਦੇਵਾਂਗੇ। ਇਹ ਕਿਸਾਨੀ ਦਾ ਮੁੱਦਾ, ਰੁਜ਼ਗਾਰ ਦਾ ਮੁੱਦਾ ਹੈਗਾ, ਮਤਲਬ ਸਾਡੀ ਕਿਸਾਨਾਂ ਦੀ ਆਰਥਿਕ ਦਾ ਮਸਲਾ ਹੈਗਾ। ਅਸੀਂ ਜਿਹੜਾ ਮਤਲਬ ਵੀ ਕੋਈ ਕਿਸਾਨ ਬਣ ਕੇ ਜਾਂ ਹੋਵੇ, ਜਿਹੜਾ ਹੈ ਹੀ ਕਿਸਾਨ ਆ, ਬੇਸ਼ੱਕ ਕੋਈ ਕਿਸੇ ਪਾਰਟੀ ਨਾਲ ਉਹ ਕੰਮ ਕਰਦਾ ਹੈਗਾ, ਕਿਸੇ ਪਾਰਟੀ ਨੂੰ ਮਤਲਬ ਕਿ ਉਹ ਅਗਵਾਈ ਕਰਦਾ ਹੈਗਾ, ਲੇਕਿਨ ਉਹ ਕਿਸਾਨ ਵੀ ਹੈਗਾ, ਤੇ ਜੋ ਕਿਸਾਨ ਦਾ ਦਰਦ ਪਛਾਣਦਾ ਹੈਗਾ, ਤੇ ਫਿਰ ਅਸੀਂ ਉਹਨੂੰ ਮਤਲਬ ਕੁਛ ਨਹੀਂ, ਪਰ ਲੇਕਿਨ ਅਸੀਂ ਆਪਣੇ ਮੰਚ ਤੋਂ, ਆਪਣੀ ਪਾਰਟੀ ਦੇ ਵਿੱਚ ਕੋਈ ਬਤੌਰ ਪਾਰਟੀ ਆਵੇ, ਮੈਂ ਕਾਂਗਰਸੀ ਆ, ਮੈਂ ਅਕਾਲੀ ਆ, ਜਾਂ ਹੋਰ ਆ, ਮੈਂ ਫਲਾਨਾ ਵਾਂ, ਅਸੀਂ ਉਹਨੂੰ ਨਹੀਂ ਵਿੱਚ ਮਤਲਬ ਕਿ ਕੋਈ ਜਗ੍ਹਾ ਦੇਵਾਂਗੇ, ਉਹਨੂੰ ਵਿੱਚ ਕੋਈ ਜਗ੍ਹਾ ਨਹੀਂ ਹੈਗੀ। ਅਗਰ ਕਿਸਾਨੀ ਦੀ ਕੋਈ ਗੱਲ ਕਰਦਾ, ਕਿਸਾਨ ਆਣ ਕੇ ਉਹ ਆਪਣਾ ਸੰਘਰਸ਼ ਲੜਦਾ ਹੈਗਾ, ਤਾਂ ਉਹਦਾ ਹੱਕ ਹੈਗਾ।